ਅੱਜ ਆਓ ਅਸੀਂ ਉਪਦੇਸ਼ ਸਿਰਲੇਖ ਪਰਮੇਸ਼ਰ ਤੇ ਵਿਸ਼ਵਾਸ ਕਰਨ ਦਾ ਕੀ ਮਤਲਬ ਹੈ ਨਾਲ ਪਰਮੇਸ਼ਰ ਦੇ ਵਚਨ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਜਦੋਂ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ ਤਦ ਅਸੀਂ ਅਕਸਰ ਕਹਿੰਦੇ ਹਾਂ ਸਾਨੂੰ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਤਦ ਅਸੀਂ ਆਸ਼ੀਸ਼ਿਤ ਹੋਵਾਂਗੇ। ਜੋ ਲੋਕ ਤੁਹਾਡੇ ਵਚਨਾਂ ਨੂੰ ਸੁਣਦੇ ਹਨ ਉਹ ਤੁਹਾਡੇ ਤੋਂ ਪੁੱਛਣਗੇ ਪਰਮੇਸ਼ਰ ਤੇ ਵਿਸ਼ਵਾਸ ਕਰਨ ਦਾ ਕੀ ਅਰਥ ਹੈ। ਸਾਰੇ ਲੋਕੋ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦਾ ਉੱਤਰ ਕੀ ਹੈ? ਅਸੀਂ ਪਰਮੇਸ਼ਰ ਤੇ ਵਿਸ਼ਵਾਸ ਕਿਵੇਂ ਕਰ ਸਕਦੇ ਹਾਂ? ਸਾਡੇ ਦਿਮਾਗ ਵਿੱਚ ਕੁਝ ਅਸਪਸ਼ਟ ਉੱਤਰ ਹੋ ਸਕਦਾ ਹੈ, ਪਰ ਅਸੀਂ ਇਸ ਪ੍ਰਸ਼ਨ ਲਈ ਸਪਸ਼ਟ ਰੂਪ ਨਾਲ ਉੱਤਰ ਨਹੀਂ ਦੇ ਸਕਦੇ। ਜਦੋਂ ਕੋਈ ਤੁਹਾਨੂੰ ਅਜਿਹਾ ਸਵਾਲ ਪੁੱਛਦਾ ਹੈ ਤਦ ਤੁਹਾਨੂੰ ਬਸ ਹੇਠ ਲਿਖੇ ਤਰੀਕੇ ਨਾਲ ਉੱਤਰ ਦੇਣਾ ਚਾਹੀਦਾ ਹੈ। ਪਰਮੇਸ਼ਰ ਤੇ ਵਿਸ਼ਵਾਸ ਰੱਖਣ ਦਾ ਮਤਲਬ ਇਹ ਹੈ ਕਿ ਇਸ ਨੂੰ ਸਵੀਕਾਰ ਕਰਨਾ ਕਿ ਪਰਮੇਸ਼ਰ ਦਾ ਵਚਨ ਹਮੇਸ਼ਾ ਸਹੀ ਹੈ ਅਤੇ ਉਸ ਦਾ ਪੂਰੀ ਤਰ੍ਹਾਂ ਪਾਲਨ ਕਰਨਾ। ਜੇਕਰ ਅਸੀਂ ਇਹ ਸਵੀਕਾਰ ਨਹੀਂ ਕਰਦੇ ਕਿ ਪਰਮੇਸ਼ਰ ਦਾ ਵਚਨ ਹਮੇਸ਼ਾ ਸਹੀ ਹੈ ਤਦ ਅਸੀਂ ਆਪਣੇ ਰਾਏ ਰੱਖਾਂਗੇ ਅਤੇ ਸਾਡੇ ਕੋਲ ਉਚਿਤ ਸਮਝ ਨਹੀਂ ਹੋਵੇਗੀ। ਅਸੀਂ ਆਪਣੇ ਮਿਆਰ ਅਨੁਸਾਰ ਆਪਣੇ ਪਾਪੀ ਵਿਚਾਰਾਂ ਨਾਲ ਪਰਮੇਸ਼ਰ ਦੇ ਵਚਨ ਦਾ ਨਿਆਂ ਵੀ ਕਰਾਂਗੇ। ਅਸੀਂ ਗੰਭੀਰ ਪਾਪੀ ਸੀ ਜਿਨ੍ਹਾਂ ਨੇ ਸਵਰਗ ਵਿੱਚ ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ ਸੀ ਅਤੇ ਇਸ ਧਰਤੀ ਉੱਤੇ ਕੱਢ ਦਿੱਤੇ ਗਏ ਸੀ। ਕਿਉਂਕਿ ਅਸੀਂ ਸਵਰਗ ਦੇ ਪਾਪੀ ਹਾਂ, ਇਸ ਲਈ ਅਕਸਰ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ 100% ਨਹੀਂ ਸਮਝ ਸਕਦੇ। ਜਦੋਂ ਪਰਮੇਸ਼ਰ ਦਾ ਵਚਨ ਦਿੱਤਾ ਜਾਂਦਾ ਹੈ ਤਦ ਅਸੀਂ ਉਸ ਪਰਿਣਾਮ ਨੂੰ ਨਹੀਂ ਜਾਣਦੇ। ਇਸ ਲਈ ਅਸੀਂ ਕਦੇ-ਕਦੇ ਇਹ ਕਹਿੰਦੇ ਹੋਏ ਆਪਣੇ ਵਿਚਾਰਾਂ ਉੱਤੇ ਜ਼ੋਰ ਦਿੰਦੇ ਹਾਂ ਕਿ ਇਹ ਰਸਤਾ ਉਸ ਰਸਤੇ ਤੋਂ ਵਧੀਆ ਨਹੀਂ ਹੈ। ਕਈ ਵਾਰ ਪਰਮੇਸ਼ਰ ਦਾ ਵਚਨ ਸਾਡੇ ਸਧਾਰਨ ਗਿਆਨ ਤੋਂ ਵੱਖ ਹੁੰਦਾ ਹੈ। ਜਦੋਂ ਅਸੀਂ ਸਵਰਗ ਵਿੱਚ ਪਾਪ ਕੀਤਾ ਅਤੇ ਇਸ ਧਰਤੀ ਉੱਤੇ ਕੱਢ ਦਿੱਤੇ ਗਏ ਤਦ ਅਸੀਂ ਆਪਣੇ ਪਾਪੀ ਸੁਭਾਅ ਨੂੰ ਆਪਣੇ ਨਾਲ ਲਿਆਏ। ਇਸ ਲਈ ਅਜਿਹਾ ਸਮੇਂ ਹੁੰਦਾ ਹੈ ਜਦੋਂ ਸਾਡੇ ਲਈ ਪਰਮੇਸ਼ਰ ਦੇ ਵਚਨ ਨੂੰ ਜੋ ਪਾਪ ਰਹਿਤ ਹੈ ਪੂਰੀ ਤਰ੍ਹਾਂ ਸਵੀਕਾਰ ਕਰਨਾ ਮੁਸ਼ਕਿਲ ਹੁੰਦਾ ਹੈ। ਉਹਨਾਂ ਦੇ ਵਚਨ ਸਾਡੇ ਪਾਪੀ ਵਿਚਾਰਾਂ ਅਤੇ ਸਧਾਰਨ ਗਿਆਨ ਤੋਂ ਵੱਖ ਹਨ। ਫਿਰ ਸਾਨੂੰ ਪਰਮੇਸ਼ਰ ਦੇ ਵਚਨਾਂ ਬਾਰੇ ਕੀ ਕਰਨਾ ਚਾਹੀਦਾ ਹੈ? ਸਾਨੂੰ ਉਹਨਾਂ ਵਚਨਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ ਚਾਹੀਦਾ ਹੈ ਤੇ ਕਹਿਣਾ ਚਾਹੀਦਾ ਹੈ ਪਰਮੇਸ਼ਰ ਦੇ ਵਚਨ ਹਮੇਸ਼ਾ ਸਹੀ ਹੁੰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ਰ ਤੇ ਸਹੀ ਵਿਸ਼ਵਾਸ ਹੈ। ਜੇਕਰ ਅਸੀਂ ਸੰਸਾਰ ਦੀ ਸ੍ਰਿਸ਼ਟੀ ਤੋਂ ਲੈ ਕੇ ਅੱਜ ਤੱਕ ਬਾਈਬਲ ਵਿੱਚ ਦਰਜ ਉਹਨਾਂ ਲੋਕਾਂ ਦੇ ਉਦਾਹਰਨਾਂ ਉੱਤੇ ਇੱਕ ਨਜ਼ਰ ਪਾਈਏ ਜਿਨ੍ਹਾਂ ਨੂੰ ਪਰਮੇਸ਼ਰ ਤੇ ਸਹੀ ਵਿਸ਼ਵਾਸ ਸੀ ਤਦ ਅਸੀਂ ਕਹਾਂਗੇ ਅਸਲ ਵਿੱਚ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਪਰਮੇਸ਼ਰ ਦਾ ਵਚਨ ਕਿਸੇ ਵੀ ਹਾਲਾਤ ਵਿੱਚ ਹਮੇਸ਼ਾ ਸਹੀ ਹੁੰਦਾ ਹੈ। ਇਹ ਉਹ ਲੋਕ ਵੀ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨਾਂ ਦਾ ਪੂਰੀ ਤਰ੍ਹਾਂ ਪਾਲਨ ਕੀਤਾ ਹੈ। ਇਹਨਾਂ ਉਦਾਹਰਨਾਂ ਦੁਆਰਾ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਪਰਮੇਸ਼ਰ ਉੱਤੇ ਸਹੀ ਵਿਸ਼ਵਾਸ ਸੀ ਉਹ ਅਸਲ ਵਿੱਚ ਧਨ ਲੋਕ ਸੀ। ਜਦੋਂ ਸਾਡਾ ਸਧਾਰਨ ਗਿਆਨ ਪਰਮੇਸ਼ਰ ਦੇ ਵਚਨ ਦੇ ਉਲਟ ਹੁੰਦਾ ਹੈ ਫਿਰ ਸਾਨੂੰ ਆਪਣੇ ਪਾਪੀ ਵਿਚਾਰ ਅਤੇ ਗਿਆਨ ਨੂੰ ਦੂਰ ਸੁੱਟਣ ਵਿੱਚ ਸਫਲ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਦੇ ਲੋਕ ਪਰਮੇਸ਼ਰ ਉੱਤੇ ਵਿਸ਼ਵਾਸ ਰੱਖਣ ਵਾਲੇ ਹੁੰਦੇ ਹਨ। ਇਸ ਦੇ ਇਲਾਵਾ ਜੇਕਰ ਸਾਡੇ ਕੋਲ ਪਰਮੇਸ਼ਰ ਤੇ ਅਜਿਹਾ ਪ੍ਰਸ਼ੰਸਾਯੋਗ ਵਿਸ਼ਵਾਸ ਹੈ ਤਦ ਅਸੀਂ ਸੰਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਵਿੱਚ ਸਫਲ ਹੋਵਾਂਗੇ, ਹੈ ਨਾ? ਅਜਿਹਾ ਵਿਸ਼ਵਾਸ ਰੱਖਣ ਲਈ ਸਾਨੂੰ ਪਹਿਲਾਂ ਜੋ ਅਸੀਂ ਅਤੀਤ ਵਿੱਚ ਅਹਿਸਾਸ ਕੀਤਾ ਹੈ ਅਤੇ ਅਭਿਆਸ ਕੀਤਾ ਹੈ ਉਸ ਉੱਤੇ ਨਿਰਭਰ ਨਾ ਹੁੰਦੇ ਹੋਏ ਆਪਣੇ ਸਧਾਰਨ ਗਿਆਨ ਨੂੰ ਸੁੱਟਣਾ ਸਿੱਖਣਾ ਚਾਹੀਦਾ ਹੈ। ਅਸੀਂ ਆਪਣੇ ਜੀਵਨ ਕਾਲ ਵਿੱਚ ਜੋ ਅਹਿਸਾਸ ਕੀਤਾ ਹੈ ਉਸ ਦੀ ਤੁਲਨਾ ਵਿੱਚ ਪਰਮੇਸ਼ਰ ਕੋਲ ਕਿਤੇ ਜ਼ਿਆਦਾ ਅਨੁਭਵ ਹੈ। ਉਹਨਾਂ ਕੋਲ ਸਾਡੀ ਤੁਲਨਾ ਵਿੱਚ ਬਹੁਤ ਜ਼ਿਆਦਾ ਸਧਾਰਨ ਗਿਆਨ ਹੈ। ਪਰਮੇਸ਼ਰ ਦੇ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਏ ਜਿਨ੍ਹਾਂ ਕੋਲ ਸਾਡੇ ਤੋਂ ਕਿਤੇ ਜ਼ਿਆਦਾ ਸਧਾਰਨ ਗਿਆਨ ਅਤੇ ਵਧੀਆ ਫੈਸਲਾ ਹੈ ਤਦ ਸਾਡਾ ਨਿਆਂ ਕੁਝ ਵੀ ਨਹੀਂ ਹੈ। ਅਸੀਂ ਮਨੁੱਖ ਇੱਕ ਛੋਟੇ ਜਿਹੇ ਗ੍ਰਹਿ ਇਸ ਧਰਤੀ ਨੂੰ ਵੀ ਚਲਾ ਨਹੀਂ ਸਕਦੇ, ਪਰ ਪਰਮੇਸ਼ਰ ਧਰਤੀ ਨੂੰ ਹਰ 24 ਘੰਟੇ ਵਿੱਚ ਇੱਕ ਪੂਰਾ ਚੱਕਰ ਲਗਵਾਉਂਦੇ ਹਨ ਅਤੇ ਹਰ 365 ਦਿਨਾਂ ਵਿੱਚ ਸੂਰਜ ਦਾ ਚੱਕਰ ਲਗਵਾਉਂਦੇ ਹਨ। ਭਾਵੇਂ ਆਧੁਨਿਕ ਵਿਗਿਆਨ ਕਿੰਨਾ ਵਿਕਸਿਤ ਕਿਉਂ ਨਾ ਹੋਵੇ, ਲੋਕ ਕਿੰਨੇ ਬੁੱਧੀਮਾਨ ਅਤੇ ਗਿਆਨੀ ਕਿਉਂ ਨਾ ਹੋਣ, ਜਾਂ ਭਾਵੇਂ ਕਿੰਨੇ ਵੀ ਯੰਤਰ ਵਿਕਸਿਤ ਕਿਉਂ ਨਾ ਕੀਤੇ ਗਏ ਹੋਣ, ਕੀ ਕੋਈ ਧਰਤੀ ਨੂੰ ਘੁੰਮਣ ਤੋਂ ਰੋਕ ਸਕਦਾ ਹੈ? ਕਿਸੇ ਕੋਲ ਅਜਿਹਾ ਕਰਨ ਦੀ ਸ਼ਕਤੀ ਜਾਂ ਬੁੱਧ ਨਹੀਂ ਹੈ। ਪਰਮੇਸ਼ਰ ਬਾਰੇ ਕੀ? ਉਹਨਾਂ ਕੋਲ ਧਰਤੀ ਦੇ ਘੁੰਮਣ ਨੂੰ ਰੋਕਣ ਜਾਂ ਸੂਰਜ ਨੂੰ ਪਿੱਛੇ ਵੱਲ ਲੈ ਜਾਣ ਦੀ ਸ਼ਕਤੀ ਹੈ। ਕੂਚ ਦੇ ਸਮੇਂ ਵਿੱਚ ਕੀ ਬਾਈਬਲ ਇਹ ਦਰਜ ਨਹੀਂ ਕਰਦੀ ਕਿ ਯਹੋਸ਼ੂਆ ਦੀ ਪ੍ਰਾਰਥਨਾ ਦੁਆਰਾ ਪਰਮੇਸ਼ਰ ਨੇ ਸੂਰਜ ਅਤੇ ਚੰਦ ਨੂੰ ਪੂਰੇ ਦਿਨ ਸਥਿਰ ਰੱਖਿਆ? ਪਰਮੇਸ਼ਰ ਨੇ ਇੱਕ ਖਗੋਲ ਪਿੰਡ ਨੂੰ ਆਪਣੇ ਰਸਤੇ ਉੱਤੇ ਚੱਲਣ ਤੋਂ ਰੋਕ ਦਿੱਤਾ।
ਫਿਰ ਕੀ ਅਸੀਂ ਮਨੁੱਖਾਂ ਦੇ ਥੋੜੇ ਜਿਹੇ ਸਧਾਰਨ ਗਿਆਨ ਨਾਲ ਪਰਮੇਸ਼ਰ ਦੇ ਮਹਾਨ ਗਿਆਨ ਦਾ ਨਿਆਂ ਕਰ ਸਕਦੇ ਹਾਂ ਜੋ ਬ੍ਰਹਮਾਂਡ ਦਾ ਪ੍ਰਬੰਧਨ ਕਰਦੇ ਹਨ? ਜਾਂ ਇਹ ਕਹਿਣ ਦੀ ਹਿੰਮਤ ਕਰ ਸਕਦੇ ਹਾਂ ਸਾਡਾ ਤਰੀਕਾ ਪਰਮੇਸ਼ਰ ਦੇ ਤਰੀਕੇ ਨਾਲੋਂ ਵਧੀਆ ਹੈ? ਸਾਨੂੰ ਆਪਣੇ ਸਾਰੇ ਹੰਕਾਰ ਨੂੰ ਦੂਰ ਸੁੱਟਣ ਦਾ ਤਰੀਕਾ ਸਿੱਖਣ ਦੀ ਜ਼ਰੂਰਤ ਹੈ ਜੋ ਸਾਨੂੰ ਇਹ ਸੋਚਣ ਦਿੰਦਾ ਹੈ ਕਿ ਸਾਡਾ ਤਰੀਕਾ ਵਧੀਆ ਹੈ। ਫਿਰ ਅਸੀਂ ਉਹ ਹੋ ਸਕਦੇ ਹਾਂ ਜੋ ਪਰਮੇਸ਼ਰ ਉੱਤੇ ਸਹੀ ਵਿਸ਼ਵਾਸ ਰੱਖਦੇ ਹਨ ਅਤੇ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਬਣ ਜਾਵਾਂਗੇ, ਹੈ ਨਾ? ਅੱਜ ਮੈਂ ਤੁਹਾਨੂੰ ਇਹਨਾਂ ਸਿੱਖਿਆਵਾਂ ਨੂੰ ਬਾਈਬਲ ਤੋਂ ਸਿੱਖਣ ਲਈ ਕਹਿਣਾ ਚਾਹਾਂਗਾ ਤਾਂ ਜੋ ਅਸੀਂ ਸਾਰੇ ਪਰਮੇਸ਼ਰ ਦੇ ਲੋਕ ਬਣ ਸਕੀਏ ਜਿਨ੍ਹਾਂ ਦਾ ਪਰਮੇਸ਼ਰ ਤੇ ਪ੍ਰਸ਼ੰਸਾ ਦੇ ਯੋਗ ਵਿਸ਼ਵਾਸ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਚਨ 1 ਵਿੱਚ ਪਰਮੇਸ਼ਰ ਦੇ ਵਚਨ ਉੱਤੇ ਇੱਕ ਨਜ਼ਰ ਪਾਈਏ। ਮੈਂ ਨਿਗਾਹ ਕੀਤੀ ਤਾਂ ਕਿ ਵੇਖਦਾ ਹਾਂ ਭਾਈ ਲੇਲਾ ਸਿਯੋਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹਦੇ ਨਾਲ 1,44,000 ਹਨ ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਨਾਮ ਅਤੇ ਉਹਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਜਿਹੀ ਅਤੇ ਬੱਦਲ ਦੀ ਵੱਡੀ ਗਰਜ ਦੇ ਖੜਾਕ ਜਿਹੀ ਆਕਾਸ਼ ਨੂੰ ਇੱਕ ਆਵਾਜ਼ ਸੁਣੀ ਅਤੇ ਜਿਹੜੀ ਆਵਾਜ਼ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਆਵਾਜ਼ ਜਿਹੀ ਸੀ ਜਿਹੜੇ ਆਪਣੇ ਰਬਾਬ ਵਜਾਉਂਦੇ ਹਨ। ਅਤੇ ਉਹ ਸਿੰਘਾਸਨ ਦੇ ਅੱਗੇ ਅਤੇ ਚੌਹਾਂ ਜੰਤੂਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ ਅਤੇ ਉਹਨਾਂ 1,44,000 ਤੋਂ ਬਿਨਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ। ਇਹ ਉਹ ਹਨ ਜਿਹੜੇ ਤੀਵੀਆਂ ਦੇ ਨਾਲ ਭ੍ਰਿਸ਼ਟ ਨਹੀਂ ਹੋਏ ਕਿਉਂ ਜੋ ਇਹ ਕੁਆਰੇ ਹਨ। ਇਹ ਉਹ ਹਨ ਭਾਈ ਜਿੱਥੇ ਕਿਤੇ ਲੀਲਾ ਜਾਂਦਾ ਹੈ ਉਹ ਉਹਦੇ ਮਗਰ ਮਗਰ ਤੁਰਦੇ ਹਨ। ਇਸ ਵਚਨ ਦੇ ਵਿੱਚ ਬਾਈਬਲ ਉਹਨਾਂ ਲੋਕਾਂ ਦਾ ਵਰਣਨ ਜਿਨ੍ਹਾਂ ਨੂੰ ਧਰਤੀ ਤੋਂ ਛੁਡਾਇਆ ਗਿਆ ਹੈ। ਜਿੱਥੇ ਕਿਤੇ ਵੀ ਲੀਲਾ ਜਾਂਦਾ ਹੈ ਉਸ ਦੇ ਪਿੱਛੇ ਹੋ ਲੈਣ ਵਾਲੇ ਦੇ ਰੂਪ ਵਿੱਚ ਕਰਦੀ ਹੈ। ਇਸ ਦਾ ਕੀ ਮਤਲਬ ਹੈ? ਅੱਜ ਦੇ ਉਪਦੇਸ਼ ਲੇਖ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਪਰ ਵਰਣਨ ਕੀਤੇ ਇਹ ਲੋਕ ਪਰਮੇਸ਼ਰ ਤੇ ਵਿਸ਼ਵਾਸ ਰੱਖਣ ਵਾਲੇ ਹਨ। ਉਹ ਕਹਿਣਗੇ ਪਰਮੇਸ਼ਰ ਦੇ ਵਚਨ ਹਮੇਸ਼ਾ ਸਹੀ ਹੁੰਦੇ ਹਨ। ਜੇਕਰ ਪਰਮੇਸ਼ਰ ਵੱਲੋਂ ਇੱਕ ਹੋਰ ਸਿੱਖਿਆ ਦਿੱਤੀ ਜਾਂਦੀ ਹੈ ਫਿਰ ਵੀ ਉਹ ਕਹਿਣਗੇ ਉਹ ਵਚਨ ਵੀ ਸਹੀ ਹੈ। ਜੋ ਲੋਕ ਲੇਲੇ ਦੇ ਪਿੱਛੇ ਜਿੱਥੇ ਕਿਤੇ ਉਹ ਜਾਂਦਾ ਹੈ ਉਹ ਲੈਂਦੇ ਹਨ ਉਹ ਆਪਣੀ ਰਾਏ ਜਾਂ ਫੈਸਲੇ ਉੱਤੇ ਜ਼ੋਰ ਨਹੀਂ ਦਿੰਦੇ। ਉਹ ਕਦੇ ਨਹੀਂ ਕਹਿਣਗੇ ਮੇਰਾ ਸਧਾਰਨ ਗਿਆਨ ਪਰਮੇਸ਼ਰ ਦੇ ਸਧਾਰਨ ਗਿਆਨ ਨਾਲੋਂ ਵਧੀਆ ਹੈ। ਉਹਨਾਂ ਵਿੱਚੋਂ ਕੋਈ ਵੀ ਅਜਿਹਾ ਕੰਮ ਕਦੇ ਨਹੀਂ ਕਰੇਗਾ। ਇਹ ਰਸਤਾ ਉਸ ਰਸਤੇ ਤੋਂ ਬਹੁਤ ਵਧੀਆ ਹੈ। ਸਾਨੂੰ ਉਤਪੀੜਨ, ਪੀੜਾ ਅਤੇ ਆਪਣੀ ਸਲੀਬ ਨੂੰ ਚੁੱਕਣ ਦੀ ਮੁਸ਼ਕਿਲ ਤੋਂ ਕਿਉਂ ਲੰਘਣਾ ਪੈਂਦਾ ਹੈ? ਕੀ ਇਸ ਰਸਤੇ ਉੱਤੇ ਚੱਲਣਾ ਆਸਾਨ ਨਹੀਂ ਹੈ ਜੋ ਚਿਕਣਾ, ਸ਼ਾਂਤੀਪੂਰਨ ਅਤੇ ਖੁੱਲਾ ਹੈ? ਸਾਡਾ ਸਧਾਰਨ ਗਿਆਨ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਸਿਰਫ ਇਸ ਭੌਤਿਕ ਦੁਨੀਆ ਵਿੱਚ ਵਿਕਸਿਤ ਕੀਤਾ ਗਿਆ ਹੈ। ਪਰ ਪਰਮੇਸ਼ਰ ਦੇ ਸਧਾਰਨ ਗਿਆਨ ਬਾਰੇ ਕੀ? ਪਰਮੇਸ਼ਰ ਆਪਣੇ ਸਧਾਰਨ ਗਿਆਨ ਨਾਲ ਪੂਰੇ ਬ੍ਰਹਮਾਂਡ ਦੀ ਵਿਵਸਥਾ ਕਰਦੇ ਹਨ। ਤਦ ਪਰਮੇਸ਼ਰ ਅਤੇ ਮਨੁੱਖਾਂ ਤੋਂ ਜ਼ਿਆਦਾ ਗਿਆਨ ਕਿਸ ਕੋਲ ਹੈ? ਕਿਉਂਕਿ ਇਸਰਾਏਲੀ ਇਸ ਗੱਲ ਨੂੰ ਸਵੀਕਾਰ ਕਰਨ ਵਿੱਚ ਅਸਫਲ ਰਹੇ ਇਸ ਲਈ ਉਹਨਾਂ ਨੇ 40 ਸਾਲ ਤੱਕ ਜੰਗਲ ਵਿੱਚ ਭਟਕਦੇ ਹੋਏ ਹਮੇਸ਼ਾ ਪਰਮੇਸ਼ਰ ਦੇ ਵਿਰੁੱਧ ਬਗਾਵਤ ਕੀਤੀ। ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ। ਉਹਨਾਂ ਨੂੰ ਹਮੇਸ਼ਾ ਲੱਗਦਾ ਸੀ ਕਿ ਉਹ ਪਰਮੇਸ਼ਰ ਤੋਂ ਵਧੀਆ ਕਰ ਸਕਦੇ ਹਨ। ਸਾਰੇ ਲੋਕੋ ਪਰਮੇਸ਼ਰ ਦੁਆਰਾ ਦਿੱਤੀਆਂ ਗਈਆਂ ਕਈ ਸਿੱਖਿਆਵਾਂ ਤੋਂ ਸਾਨੂੰ ਆਪਣੇ ਦਿਲਾਂ ਵਿੱਚ ਵਿਸ਼ਵਾਸ ਦੇ ਮਤਲਬ ਨੂੰ ਚੰਗੀ ਤਰ੍ਹਾਂ ਉਕਾਰੀ ਕਰਨ ਦੀ ਜ਼ਰੂਰਤ ਹੈ। ਆਓ ਅਸੀਂ ਇਸ਼ਾਇਆ ਅਧਿਆਇ 55 ਉੱਤੇ ਜਾਈਏ। ਵਚਨ 6 ਯਹੋਵਾ ਨੂੰ ਭਾਲੋ ਜਦ ਤੱਕ ਉਹ ਲੱਭ ਸਕੇ, ਉਹਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ। ਦੁਸ਼ਟ ਆਪਣੇ ਰਾਹ ਨੂੰ ਤਿਆਗੇ ਅਤੇ ਬੁਰਿਆਰ ਆਪਣੇ ਖਿਆਲ ਨੂੰ ਉਹ ਯਹੋਵਾ ਵੱਲ ਮੁੜੇ। ਇੱਥੇ ਪਰਮੇਸ਼ਰ ਸਾਨੂੰ ਉਹ ਕੰਮ ਕਰਨ ਲਈ ਕਹਿੰਦੇ ਹਨ। ਆਪਣੇ ਸੋਚ ਵਿਚਾਰਾਂ ਨੂੰ ਛੱਡ ਦਿਓ। ਤੁਹਾਨੂੰ ਤੁਹਾਡੇ ਪਾਪਾਂ ਦੇ ਕਾਰਨ ਸਵਰਗ ਤੋਂ ਧਰਤੀ ਉੱਤੇ ਸੁੱਟਿਆ ਗਿਆ ਸੀ। ਤੁਸੀਂ ਸੰਪੂਰਨ ਨਹੀਂ ਹੋ। ਪੂਰੇ ਬ੍ਰਹਮਾਂਡ ਉੱਤੇ ਸ਼ਾਸਨ ਕਰਨ ਵਾਲੇ ਪਰਮੇਸ਼ਰ ਦੀ ਬੁੱਧੀ ਤੁਹਾਡੇ ਮੌਜੂਦਾ ਸਧਾਰਨ ਗਿਆਨ ਦੀ ਤੁਲਨਾ ਤੋਂ ਪਰੇ ਹੈ। ਇਸ ਛੋਟੀ ਜਿਹੀ ਧਰਤੀ ਉੱਤੇ ਅਸੀਂ ਜੋ ਸਧਾਰਨ ਗਿਆਨ ਵਿਕਸਿਤ ਕੀਤਾ ਹੈ ਉਸ ਦੀ ਤੁਲਨਾ ਪਰਮੇਸ਼ਰ ਦੇ ਸਧਾਰਨ ਗਿਆਨ ਨਾਲ ਨਹੀਂ ਕੀਤੀ ਜਾ ਸਕਦੀ ਜੋ ਵਿਸ਼ਾਲ ਬ੍ਰਹਮਾਂਡ ਨੂੰ ਕਾਬੂ ਕਰਦੇ ਹਨ ਅਤੇ ਧਰਤੀ ਨੂੰ ਜ਼ੀਰੋ ਮੰਨਦੇ ਹਨ। ਇਸ ਲਈ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਦੇ ਵਚਨ ਹਮੇਸ਼ਾ ਸਹੀ ਹੁੰਦੇ ਹਨ। ਜੇਕਰ ਕੁਝ ਲੋਕ ਆਪਣੇ ਆਪ ਨੂੰ ਸੋਚਦੇ ਹਨ ਮੈਨੂੰ ਲੱਗਦਾ ਹੈ ਕਿ ਇਹ ਤਰੀਕਾ ਬਹੁਤ ਵਧੀਆ ਹੈ ਜਾਂ ਮੈਨੂੰ ਨਹੀਂ ਲੱਗਦਾ ਕਿ ਇਹ ਤਰੀਕਾ ਸਹੀ ਹੈ, ਤਦ ਇਹ ਵਿਸ਼ਵਾਸ ਚਿੰਤਾਜਨਕ ਹੈ। ਇਸ ਯੁੱਗ ਵਿੱਚ ਰਹਿਣ ਵਾਲੇ ਪਰਮੇਸ਼ਰ ਦੇ ਲੋਕਾਂ ਦੇ ਰੂਪ ਵਿੱਚ ਸਾਡੇ ਕੋਲ ਇਹ ਸਵੀਕਾਰ ਕਰਨ ਲਈ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਾਰੀ ਸਿੱਖਿਆਵਾਂ ਅਤੇ ਉਦਾਹਰਨ ਜੋ ਸਾਡੇ ਪਿਤਾ ਅਤੇ ਮਾਤਾ ਨੇ ਸਾਨੂੰ ਦਿੱਤੇ ਹਨ
ਹਮੇਸ਼ਾ ਸਹੀ ਅਤੇ ਸੱਚੇ ਰਹਿਣਗੇ। ਜਦੋਂ ਅਸੀਂ ਵੱਡਦਰਸ਼ੀ ਐਨਕਾਂ ਪਾਉਂਦੇ ਹਾਂ ਤਦ ਚੀਜ਼ਾਂ ਅਸਲ ਵਿੱਚ ਬਹੁਤ ਵੱਡੀਆਂ ਲੱਗਦੀਆਂ ਹਨ ਅਤੇ ਨੇੜੇ ਦੇਖਣ ਵਾਲੀਆਂ ਐਨਕਾਂ ਨਾਲ ਚੀਜ਼ਾਂ ਅਸਲ ਵਿੱਚ ਆਕਾਰ ਤੋਂ ਛੋਟੀਆਂ ਲੱਗਦੀਆਂ ਹਨ। ਇਸ ਪ੍ਰਕਾਰ ਅਸੀਂ ਪਾਪ ਦੀਆਂ ਐਨਕਾਂ ਪਾਈਆਂ ਹੋਈਆਂ ਹਨ। ਇਸ ਲਈ ਯਸ਼ਾਇਆ ਅਧਿਆਇ 55 ਵਚਨ 6 ਵਿੱਚ ਇਹ ਲਿਖਿਆ ਹੈ, ਯਹੋਵਾ ਨੂੰ ਭਾਲੋ ਜਦ ਤੱਕ ਉਹ ਲੱਭ ਸਕੇ, ਉਹਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ। ਦੁਸ਼ਟ ਆਪਣੇ ਰਾਹ ਨੂੰ ਤਿਆਗੇ ਤੇ ਬੁਰਿਆਰ ਆਪਣੇ ਖਿਆਲਾਂ ਨੂੰ, ਉਹ ਯਹੋਵਾ ਵੱਲ ਮੁੜੇ ਅਤੇ ਉਹ ਉਸ ਤੇ ਰਹਿਮ ਕਰੇਗਾ ਅਤੇ ਸਾਡੇ ਪਰਮੇਸ਼ਰ ਵੱਲ ਜੋ ਅਤਿ ਦਿਆਲੂ ਹੈ। ਆਇਤ 8 ਵਿੱਚ ਲਿਖਿਆ ਹੈ, ਕਿਉਂ ਜੋ ਮੇਰੇ ਖਿਆਲ ਪਰਮੇਸ਼ਰ ਦੇ ਖਿਆਲ ਕੀ ਹਨ, ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ। ਯਹੋਵਾ ਦਾ ਵਾਕ ਹੈ, ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ। ਪਰਮੇਸ਼ਰ ਦੇ ਖਿਆਲ ਅਤੇ ਸਾਡੇ ਖਿਆਲ ਪੂਰੀ ਤਰ੍ਹਾਂ ਵੱਖ ਅਯਾਮਾਂ ਦੇ ਹਨ। ਸਾਰੇ ਲੋਕੋ ਮੰਨ ਲਓ ਕਿ ਅਜਿਹੇ ਲੋਕ ਹਨ ਜਿਨ੍ਹਾਂ ਨੇ ਕਦੇ ਕਾਰ ਨਹੀਂ ਦੇਖੀ ਹੈ, ਕਦੇ ਹਵਾਈ ਜਹਾਜ਼ ਨਹੀਂ ਦੇਖਿਆ ਹੈ ਜਾਂ ਕਦੇ ਟੈਲੀਫੋਨ ਜਾਂ ਟੀਵੀ ਨਹੀਂ ਦੇਖਿਆ ਹੈ। ਉਹਨਾਂ ਨੇ ਆਪਣੇ ਜਨਮ ਤੋਂ ਬਾਅਦ ਇੱਕ ਹੀ ਪਿੰਡ ਵਿੱਚ ਆਪਣਾ ਪੂਰਾ ਜੀਵਨ ਵਿਅਕਤ ਕੀਤਾ ਹੈ। ਕਿ ਉਹ ਕਿਸੇ ਅਜਿਹੇ ਵਿਅਕਤੀ ਉੱਤੇ ਵਿਸ਼ਵਾਸ ਕਰਨਗੇ ਜਿਸ ਨੇ ਕਿਹਾ, ਕੁਝ ਹੋਰ ਜਗ੍ਹਾਵਾਂ ਤੇ ਜੋ ਸੱਭਿਅਕ ਹਨ ਲੋਕ ਹਵਾਈ ਜਹਾਜ਼ ਵਿੱਚ ਉੱਡਦੇ ਹਨ, ਉਹਨਾਂ ਨੇ ਕਦੇ ਕਿਸੇ ਨੂੰ ਉੱਡਦੇ ਹੋਏ ਨਹੀਂ ਦੇਖਿਆ। ਇਹ ਸੀਮਿਤ ਗਿਆਨ ਕੁਝ ਅਜਿਹਾ ਹੈ ਜਿਸ ਨੂੰ ਉਹਨਾਂ ਨੇ ਆਪਣੇ ਪੂਰੇ ਜੀਵਨ ਵਿੱਚ ਵਿਕਸਿਤ ਕੀਤਾ ਹੈ। ਆਪਣੇ ਸੀਮਿਤ ਗਿਆਨ ਨਾਲ ਉਹ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕਰਨਗੇ। ਜੇਕਰ ਤੁਸੀਂ ਉਹਨਾਂ ਨੂੰ ਕਹੋਗੇ ਧਰਤੀ ਗੋਲ ਹੈ, ਮਨੁੱਖ ਆਕਾਸ਼ ਵਿੱਚ ਉੱਡ ਸਕਦੇ ਹਨ ਅਤੇ ਮਨੁੱਖ ਸਮੁੰਦਰ ਵਿੱਚ ਤੈਰ ਸਕਦੇ ਹਨ, ਕਿਉਂਕਿ ਉਹ ਆਪਣੇ ਜੱਦੀ ਸ਼ਹਿਰ ਵਿੱਚ ਪੈਦਾ ਹੋਏ ਸੀ ਅਤੇ ਸਿਰਫ ਉਹੀ ਕਰ ਰਹੇ ਸੀ। ਉਹਨਾਂ ਕੋਲ ਸਿਰਫ ਇੰਨਾ ਸੀਮਿਤ ਅਨੁਭਵ ਅਤੇ ਗਿਆਨ ਹੋ ਸਕਦਾ ਹੈ। ਸਾਡੇ ਜੀਵਨ ਨਾਲ ਵੀ ਅਜਿਹਾ ਹੈ। ਅਸੀਂ ਇੱਕ ਬਹੁਤ ਛੋਟੇ ਗ੍ਰਹਿ ਧਰਤੀ ਉੱਤੇ ਪੈਦਾ ਹੋਏ ਸੀ, ਨਾਲ ਹੀ ਅਸੀਂ ਇਸ ਗ੍ਰਹਿ ਉੱਤੇ ਹਰ ਚੀਜ਼ ਦਾ ਅਨੁਭਵ ਨਹੀਂ ਕੀਤਾ ਹੈ। ਅਸੀਂ ਆਪਣਾ ਜੀਵਨ ਸਧਾਰਨ ਗਿਆਨ ਨਾਲ ਜਿਉਂਦੇ ਹਾਂ ਜੋ ਸਿਰਫ ਉਹਨਾਂ ਜਗ੍ਹਾਵਾਂ ਦੇ ਆਧਾਰ ਉੱਤੇ ਵਿਕਸਿਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਅਸੀਂ ਦੇਖਿਆ ਹੈ ਅਤੇ ਮਹਿਸੂਸ ਕੀਤਾ ਹੈ। ਇਸ ਲਈ ਪਰਮੇਸ਼ਰ ਕਹਿੰਦੇ ਹਨ, ਜਿਵੇਂ ਆਕਾਸ਼ ਅਤੇ ਧਰਤੀ ਵਿਚਕਾਰ ਅੰਤਰ ਹੈ, ਜਿਸ ਤਰ੍ਹਾਂ ਮੈਂ ਧਰਤੀ ਦੀ ਖੁਸ਼ਹਾਲ ਜੀਵਨ ਅਤੇ ਮੌਤ ਨੂੰ ਕਾਬੂ ਕਰਦਾ ਹਾਂ, ਉਹ ਤੁਹਾਡੇ ਖਿਆਲ ਤੋਂ ਵੱਖ ਹਨ। ਕਦੀ-ਕਦੀ ਅਸੀਂ ਦਰਦ, ਪੀੜਾ ਅਤੇ ਦੁੱਖ ਦਾ ਅਨੁਭਵ ਕਰਦੇ ਹਾਂ। ਬਾਕੀ ਸਮਾਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਂਦੇ ਹੋਏ ਖੁਸ਼ੀ ਦਾ ਅਨੁਭਵ ਕਰਦੇ ਹਾਂ। ਪਰਮੇਸ਼ਰ ਉਹ ਹਨ ਜੋ ਹੋਣ ਵਾਲੀ ਹਰ ਚੀਜ਼ ਨੂੰ ਨਿਰਧਾਰਿਤ ਕਰਦੇ ਹਨ। ਇਸ ਲਈ ਪਰਮੇਸ਼ਰ ਕਹਿੰਦੇ ਹਨ, ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ। ਆਓ ਅਸੀਂ ਵਚਨ 10 ਉੱਤੇ ਜਾਈਏ। ਜਿਵੇਂ ਤਾਂ ਵਰਖਾ ਅਤੇ ਬਰਫ਼ ਆਕਾਸ਼ ਤੋਂ ਪੈਂਦੀ ਹੈ ਅਤੇ ਉੱਥੇ ਨੂੰ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਇਹ ਉਹ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ। ਤਿਵੇਂ ਮੇਰਾ ਵਚਨ ਹੋਵੇਗਾ ਜੋ ਮੇਰੇ ਮੂੰਹੋਂ ਨਿਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ ਅਤੇ ਜਿਸ ਲਈ ਮੈਂ ਘੱਲਿਆ ਉਸ ਵਿੱਚ ਸਫਲ ਹੋਵੇਗਾ। ਤੁਸੀਂ ਨਿਕਲੋਗੇ ਤਾਂ ਖੁਸ਼ੀ ਨਾਲ, ਤੁਸੀਂ ਤੋਰੇ ਜਾਓਗੇ ਸ਼ਾਂਤੀ ਨਾਲ। ਪਹਾੜ ਅਤੇ ਟਿੱਬੇ ਤੁਹਾਡੇ ਅੱਗੇ ਖੁੱਲ੍ਹ ਕੇ ਜੈਕਾਰਾ ਗਜਾਉਣਗੇ ਅਤੇ ਖੇਤ ਦੇ ਸਾਰੇ ਰੁੱਖ ਤਾਲੀਆਂ ਵਜਾਉਣਗੇ। ਕੰਡਿਆਂ ਦੇ ਥਾਂ ਸਰੂ ਉੱਗੇਗਾ, ਮੱਲੇ ਦੇ ਥਾਂ ਮਹਿੰਦੀ ਉੱਗੇਗੀ। ਇਹ ਯਹੋਵਾ ਲਈ ਨਾਮ ਅਤੇ ਸਦੀਪਕ ਨਿਸ਼ਾਨ ਹੋਵੇਗਾ ਜੋ ਮਿਟੇਗਾ ਨਹੀਂ। ਸਾਰੇ ਲੋਕੋ ਮਨੁੱਖਾਂ ਦੇ ਖਿਆਲ ਅਤੇ ਪਰਮੇਸ਼ਰ ਦੇ ਖਿਆਲ ਪੂਰੀ ਤਰ੍ਹਾਂ ਵੱਖ-ਵੱਖ ਅਯਾਮਾਂ ਦੇ ਹਨ। ਉਹ ਦੋ ਵੱਖ-ਵੱਖ ਪੱਧਰਾਂ ਅਤੇ ਪੈਮਾਨਿਆਂ ਦੇ ਹਨ। ਵਿਸ਼ਵਾਸ ਦੇ ਪੁਰਖੇ ਜਿਨ੍ਹਾਂ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਅਤੇ ਵਿਸ਼ਵਾਸ ਦੇ ਸਹੀ ਰਸਤੇ ਉੱਤੇ ਚੱਲੇ, ਉਹਨਾਂ ਕੋਲ ਉਸ ਪ੍ਰਕਾਰ ਦਾ ਵਿਸ਼ਵਾਸ ਸੀ ਜਿਸ ਨੇ ਲਗਾਤਾਰ ਸਵੀਕਾਰ ਕੀਤਾ ਕਿ ਪਰਮੇਸ਼ਰ ਦੇ ਸਾਰੇ ਵਚਨ ਸਹੀ ਹਨ। ਅਬਰਾਹਮ ਕੋਲ ਇਸੇ ਪ੍ਰਕਾਰ ਦਾ ਵਿਸ਼ਵਾਸ ਸੀ ਅਤੇ ਨੂਹ ਕੋਲ ਵੀ, ਯਹੋਸ਼ੂਆ ਅਤੇ ਮੂਸਾ ਕੋਲ ਵੀ ਇਸ ਪ੍ਰਕਾਰ ਦੀ ਵਿਸ਼ਵਾਸ ਸੀ, ਜਿਨ੍ਹਾਂ ਨੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੁਆਰਾ ਦਿੱਤੀਆਂ ਗਈਆਂ ਸਾਰੀਆਂ ਸਿੱਖਿਆਵਾਂ ਨੂੰ ਸਵੀਕਾਰ ਕੀਤਾ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਹੀ ਮੰਨਿਆ। ਜਦੋਂ ਉਹ ਅੰਦਰ ਆਏ ਜਾਂ ਬਾਹਰ ਗਏ ਤਦ ਉਹਨਾਂ ਨੂੰ ਆਸ਼ੀਸ਼ਾਂ ਮਿਲੀਆਂ। ਉਹਨਾਂ ਦਾ ਗੁੰਨਣ ਵਾਲਾ ਭਾਂਡਾ ਵੀ ਧਨ ਸੀ, ਹੈ ਨਾ? ਪਰ ਜਿਨ੍ਹਾਂ ਕੋਲ ਇਸ ਪ੍ਰਕਾਰ ਦੇ ਵਿਸ਼ਵਾਸ ਦੀ ਕਮੀ ਹੈ, ਉਹ ਸ਼ਾਇਦ ਪੁੱਛ ਸਕਦੇ ਹਨ, ਪਰਮੇਸ਼ਰ ਮੈਨੂੰ ਆਸ਼ੀਸ਼ਿਤ ਕਿਉਂ ਨਹੀਂ ਕਰਦੇ ਭਾਵੇਂ ਮੈਂ ਉਹਨਾਂ ਉੱਤੇ ਵਿਸ਼ਵਾਸ ਕਰਦਾ ਹਾਂ?
ਬਾਈਬਲ ਵਿੱਚ ਇਸਰਾਈਲੀਆਂ ਵਿੱਚ ਅਕਾਨ ਵਰਗੇ ਲੋਕ ਸੀ। ਉਸ ਦਾ ਕੰਮ ਉਸ ਵਿਸ਼ਵਾਸ ਤੋਂ ਨਹੀਂ ਆਇਆ ਜਿਸ ਨੇ ਪਰਮੇਸ਼ਰ ਦੇ ਵਚਨ ਨੂੰ ਸਹੀ ਮੰਨਿਆ। ਪਰਮੇਸ਼ਰ ਨੇ ਕਿਹਾ ਜੋ ਕੁਝ ਯਰੀਹੋ ਤੋਂ ਲਿਆ ਗਿਆ ਹੈ ਉਹ ਪਵਿੱਤਰ ਵਸਤੂ ਦੇ ਰੂਪ ਵਿੱਚ ਪਰਮੇਸ਼ਰ ਨੂੰ ਸਮਰਪਣ ਕੀਤਾ ਜਾਣਾ ਚਾਹੀਦਾ ਹੈ। ਪਰਮੇਸ਼ਰ ਨੇ ਯਹੋਸ਼ੂਆ ਨੂੰ ਇਸ ਪ੍ਰਕਾਰ ਆਦੇਸ਼ ਦਿੱਤਾ। ਤਦ ਯਹੋਸ਼ੂਆ ਨੇ ਸਾਰੇ ਇਸਰਾਏਲੀਆਂ ਲਈ ਇੱਕ ਘੋਸ਼ਣਾ ਕੀਤੀ। ਪਰਮੇਸ਼ਰ ਦੇ ਵਚਨ ਨੂੰ ਸੰਪੂਰਨ ਰੂਪ ਨਾਲ ਮੰਨਣ ਦੇ ਬਜਾਏ ਅਕਾਨ ਨੇ ਸੋਚਿਆ ਕੀ ਹੋਵੇਗਾ ਜੇਕਰ ਮੈਂ ਇਸ ਲੁੱਟ ਨੂੰ ਆਪਣੇ ਲਈ ਲੈ ਲਵਾਂ। ਇੱਕ ਵਿਅਕਤੀ ਦੇ ਕਾਰਨ ਜਿਸ ਨੇ ਪਰਮੇਸ਼ਰ ਦੇ ਵਚਨ ਨੂੰ ਸੰਪੂਰਨ ਰੂਪ ਨਾਲ ਸਵੀਕਾਰ ਨਹੀਂ ਕੀਤਾ, ਪੂਰੇ ਇਸਰਾਏਲੀ ਭਾਈਚਾਰੇ ਉੱਤੇ ਕਈ ਮੁਸ਼ਕਿਲਾਂ ਆਈਆਂ। ਸਾਡੇ ਵਿਸ਼ਵਾਸ ਦੇ ਪੁਰਖਿਆਂ ਵਿੱਚੋਂ ਜੋ ਵਿਸ਼ਵਾਸ ਦੇ ਰਸਤੇ ਉੱਤੇ ਚੱਲਦੇ ਸੀ, ਅਜਿਹੇ ਲੋਕਾਂ ਦੇ ਮਾਮਲੇ ਹਨ ਜਿਨ੍ਹਾਂ ਨੇ ਪਰਮੇਸ਼ਰ ਤੇ ਸਹੀ ਵਿਸ਼ਵਾਸ ਨਹੀਂ ਕੀਤਾ। ਅਸੀਂ ਇਸ ਪ੍ਰਕਾਰ ਦੇ ਵਿਸ਼ਵਾਸ ਨੂੰ ਅਕਾਨ, ਯਹੂਦਾ ਇਸਕਰਿਓਤੀ ਅਤੇ ਐਸਾਓ ਦੇ ਮਾਮਲੇ ਵਿੱਚ ਦੇਖ ਸਕਦੇ ਹਾਂ। ਪਰ ਅਜਿਹੇ ਲੋਕਾਂ ਦੇ ਵੀ ਉਦਾਹਰਨ ਹਨ ਜਿਨ੍ਹਾਂ ਨੂੰ ਪਰਮੇਸ਼ਰ ਤੇ ਸਹੀ ਵਿਸ਼ਵਾਸ ਸੀ, ਹੈ ਨਾ? ਜਦੋਂ ਅਸੀਂ ਯਹੋਸ਼ੂਆ, ਅਬਰਾਹਮ, ਨੂਹ, ਇਸਹਾਕ ਅਤੇ ਯਾਕੂਬ ਵਰਗੇ ਵਿਸ਼ਵਾਸ ਦੇ ਪੁਰਖਿਆਂ ਨੂੰ ਨੇੜੇ ਤੋਂ ਦੇਖਦੇ ਹਾਂ, ਤਦ ਅਸੀਂ ਉਹਨਾਂ ਨੂੰ ਹਮੇਸ਼ਾ ਇਹ ਸਵੀਕਾਰ ਕਰਦੇ ਹੋਏ ਕਿ ਪਰਮੇਸ਼ਰ ਦੇ ਵਚਨ ਸਹੀ ਹਨ ਅਤੇ ਉਹਨਾਂ ਵਚਨਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਦੇ ਹੋਏ ਦੇਖ ਸਕਦੇ ਹਾਂ। ਨਤੀਜੇ ਵਜੋਂ ਜਿੱਤ ਅਤੇ ਵਡਿਆਈ ਹਮੇਸ਼ਾ ਉਹਨਾਂ ਨਾਲ ਰਹੀ। ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨਾਂ ਦਾ ਪਾਲਣ ਨਹੀਂ ਕੀਤਾ, ਉਹਨਾਂ ਨਾਲ ਹਮੇਸ਼ਾ ਵਿਨਾਸ਼, ਮੌਤ, ਦੁੱਖ ਅਤੇ ਪੀੜਾ ਹੁੰਦੀ ਸੀ। ਸਾਰੇ ਲੋਕੋ, ਪਰਮੇਸ਼ਰ ਨੇ ਪਹਿਲਾਂ ਹੀ ਵਿਵਸਥਾ ਦੀਆਂ ਕਿਤਾਬਾਂ ਵਿੱਚ ਇਹਨਾਂ ਉਦਾਹਰਨਾਂ ਦੁਆਰਾ ਪਰਿਣਾਮ ਦਿਖਾਇਆ ਹੈ। ਆਓ ਅਸੀਂ ਵਿਵਸਥਾ ਸਾਰ ਅਧਿਆਇ 28 ਵਚਨ 1 ਵਿੱਚ ਪਰਮੇਸ਼ਰ ਦੇ ਵਚਨ ਨੂੰ ਦੇਖੀਏ। ਤਾਂ ਇਹ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ। ਉਹ ਕੌਣ ਹੈ ਜੋ ਪਰਮੇਸ਼ਰ ਦੇ ਵਚਨਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਦੇ ਹਨ? ਸਿਰਫ ਉਹ ਜੋ ਸਵੀਕਾਰ ਕਰਦੇ ਹਨ ਕਿ ਪਰਮੇਸ਼ਰ ਦੇ ਵਚਨ ਸਹੀ ਹਨ, ਹਮੇਸ਼ਾ ਪਰਮੇਸ਼ਰ ਦੇ ਵਚਨਾਂ ਦਾ ਪਾਲਣ ਕਰਦੇ ਹਨ ਜਿਵੇਂ ਉਹ ਹੈ। ਆਓ ਪੜ੍ਹਨਾ ਜਾਰੀ ਰੱਖੀਏ। ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਆਸ਼ੀਸ਼ਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ। ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੀ ਚੋਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪ੍ਰਾਤੜਾ। ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਵਿੱਚ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਪਰਮੇਸ਼ਰ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਹੈ। ਬ੍ਰਹਮਾਂਡ ਦਾ ਪ੍ਰਬੰਧ ਕਰਨ ਵਾਲੇ ਪਰਮੇਸ਼ਰ ਸਿਰਫ ਇੱਕ ਨਾਸ਼ਵਾਨ ਪ੍ਰਾਣੀ ਵਾਂਗ ਨਹੀਂ ਹੈ। ਕਈ ਵਾਰ ਲੋਕ ਆਪਣਾ ਮਨ ਬਦਲਦੇ ਹਨ ਅਤੇ ਆਪਣੇ ਵਾਅਦੇ ਨੂੰ ਤੋੜ ਦਿੰਦੇ ਹਨ। ਇਸ ਦੇ ਉਲਟ ਪਰਮੇਸ਼ਰ ਕਹਿੰਦੇ ਹਨ, ਜੋ ਵਚਨ ਮੇਰੇ ਮੂੰਹ ਤੋਂ ਨਿਕਲਦਾ ਹੈ ਉਹ ਕਦੀ ਵੀ ਖਾਲੀ ਨਹੀਂ ਮੁੜੇਗਾ। ਇਨ੍ਹਾਂ ਸਾਰੇ ਵਚਨਾਂ ਦਾ ਅਧਿਐਨ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਸਾਡੇ ਲਈ ਪਰਮੇਸ਼ਰ ਤੇ ਸਹੀ ਵਿਸ਼ਵਾਸ ਰੱਖਣ ਅਤੇ ਕਈ ਆਸ਼ੀਸ਼ਾਂ ਪ੍ਰਾਪਤ ਕਰਨ ਦਾ ਤਰੀਕਾ ਹਮੇਸ਼ਾ ਇਹ ਸੋਚਣਾ ਹੈ ਕਿ ਪਰਮੇਸ਼ਰ ਦੇ ਵਚਨ ਸਹੀ ਹੈ। ਸਾਨੂੰ ਲੇਲੇ ਦਾ ਪਾਲਣ ਕਰਨਾ ਚਾਹੀਦਾ ਹੈ ਜਿੱਥੇ ਵੀ ਉਹ ਜਾਂਦਾ ਹੈ, ਹੈ ਨਾ? ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਨਾਲ ਜਾਰੀ ਰੱਖੀਏ। ਅਧਿਆਇ 8 ਵਚਨ 1। ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ 40 ਵਰੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ, ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਪਰਖੇ ਅਤੇ ਜਾਣੇ ਪਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਜੰਗਲ ਵਿੱਚ 40 ਸਾਲ ਦੀ ਯਾਤਰਾ ਦੌਰਾਨ ਪਰਮੇਸ਼ਰ ਨੇ ਹਰ ਦਿਨ ਇਸਰਾਏਲੀਆਂ ਦੀ ਪ੍ਰੀਖਿਆ ਲਈ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਰ ਨੇ ਲਗਾਤਾਰ ਉਹਨਾਂ ਦੇ ਵਿਸ਼ਵਾਸ ਦੀ ਪ੍ਰੀਖਿਆ ਲਈ ਕਿ ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨਾਂ ਨੂੰ ਹਮੇਸ਼ਾ ਸਹੀ ਮੰਨਿਆ, ਸਹੀ ਵਿਸ਼ਵਾਸ ਵਾਲੇ ਲੋਕਾਂ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ। ਯਹੋਸ਼ੂਆ ਅਤੇ ਕਾਲੇਬ ਵਰਗੇ ਲੋਕਾਂ ਕੋਲ ਇਹ ਸਵੀਕਾਰ ਕਰਨ ਵਾਲਾ ਵਿਸ਼ਵਾਸ ਸੀ ਕਿ ਪਰਮੇਸ਼ਰ ਦੇ ਵਚਨ ਸੰਪੂਰਨ ਹਨ। ਮੁਸ਼ਕਿਲ ਪਰਿਸਥਿਤੀਆਂ ਵਿੱਚ ਉਹਨਾਂ ਨੇ ਉਸ ਸਥਿਤੀ ਉੱਤੇ ਧਿਆਨ ਕੇਂਦਰਿਤ ਨਹੀਂ ਕੀਤਾ ਜਿਸ ਦਾ ਉਹ ਸਾਹਮਣਾ ਕਰ ਰਹੇ ਸੀ। ਇਸ ਦੇ ਬਜਾਏ ਉਹਨਾਂ ਨੇ ਇਹ ਵਿਸ਼ਵਾਸ ਕਰਦੇ ਹੋਏ ਕਿ ਪਰਮੇਸ਼ਰ ਉਹਨਾਂ ਨੂੰ ਕਨਾਨ ਦੇਸ਼ ਦੇਣਗੇ, ਚੀਕੇ ਕਿ ਉਹ ਸਾਡੀ ਰੋਟੀ ਠਹਿਰਨਗੇ ਅਤੇ ਉਹਨਾਂ ਦਾ ਸੰਪੂਰਨ ਰੂਪ ਨਾਲ ਪਾਲਣ ਕੀਤਾ, ਹੈ ਨਾ? ਅਸਲ ਵਿੱਚ ਵੈਰੀ ਜ਼ਿਆਦਾ ਸ਼ਕਤੀਸ਼ਾਲੀ ਲੱਗ ਰਹੇ ਸੀ।
ਜੋ ਨਗਰ ਉਹਨਾਂ ਨੇ ਬਣਾਏ ਸੀ ਉਹ ਅਜਿੱਤਗੜ੍ਹ ਵਾਂਗ ਸੀ। ਵੈਰੀ ਦਾ ਕੱਦ ਅਤੇ ਉਹਨਾਂ ਦੇ ਹਥਿਆਰ ਆਕਾਰ ਵਿੱਚ ਇੰਨੇ ਵੱਡੇ ਸੀ ਕਿ ਇਸਰਾਈਲੀ ਵੈਰੀਆਂ ਨਾਲ ਆਪਣੀ ਤੁਲਨਾ ਨਹੀਂ ਕਰ ਸਕਦੇ ਸੀ। ਇੱਕ ਮਨੁੱਖ ਦੇ ਨਜ਼ਰੀਏ ਤੋਂ ਇਹ ਸੰਕਟ ਕੁਝ ਅਜਿਹਾ ਨਹੀਂ ਸੀ ਜਿਸ ਨੂੰ ਆਪਣੀ ਮਨੁੱਖੀ ਸ਼ਕਤੀ ਤੋਂ ਦੂਰ ਕਰ ਸਕਦੇ ਸੀ, ਪਰ ਉਹਨਾਂ ਨੇ ਸਵੀਕਾਰ ਕੀਤਾ ਕਿ ਪਰਮੇਸ਼ਰ ਦੇ ਵਚਨ ਸਹੀ ਹਨ। ਉਹਨਾਂ ਨੇ ਸੋਚਿਆ ਪਰਿਸਥਿਤੀ ਭਾਵੇਂ ਜਿਸ ਤਰ੍ਹਾਂ ਦੀ ਵੀ ਹੋਵੇ, ਪਰਮੇਸ਼ਰ ਦੇ ਵਚਨ ਸੰਪੂਰਨ ਹਨ। ਉਹਨਾਂ ਨੇ ਸੋਚਿਆ ਜੇਕਰ ਮੈਂ ਆਪਣੇ ਪਾਪ ਦੀਆਂ ਐਨਕਾਂ ਤੋਂ ਸਥਿਤੀ ਨੂੰ ਦੇਖਦਾ ਹਾਂ ਤਦ ਇਹ ਪ੍ਰਤੀਕੂਲ ਹੈ, ਪਰ ਕਿਉਂਕਿ ਪਰਮੇਸ਼ਰ ਨੇ ਅਜਿਹਾ ਕਿਹਾ ਹੈ ਇਸ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ ਕਿ ਉਹਨਾਂ ਨੇ ਅਜਿਹਾ ਨਹੀਂ ਸੋਚਿਆ। ਪਰਮੇਸ਼ਰ ਨੇ ਕਿਹਾ ਯਹੋਸ਼ੂਆ ਤੇ ਕਾਲੇਬ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੈ। ਸਾਰੇ ਲੋਕੋ ਸਾਨੂੰ ਯਹੋਸ਼ੂਆ ਤੇ ਕਾਲੇਬ ਵਾਂਗ ਬਣਨਾ ਚਾਹੀਦਾ ਹੈ ਜਿਨ੍ਹਾਂ ਨੂੰ ਪਰਮੇਸ਼ਰ ਤੇ ਪ੍ਰਸ਼ੰਸਾਯੋਗ ਵਿਸ਼ਵਾਸ ਸੀ। ਹੁਣ ਆਓ ਅਸੀਂ ਪਹਿਲਾ ਸ਼ਮੂਏਲ ਅਧਿਆਇ 16 ਵਚਨ 6 ਵਿੱਚ ਪਰਮੇਸ਼ਰ ਦੇ ਵਚਨ ਤੇ ਇੱਕ ਨਜ਼ਰ ਪਾਈਏ। ਪਰਮੇਸ਼ਰ ਨੇ ਕਿਹਾ ਯਸ਼ੀ ਦੇ ਘਰਾਣੇ ਵਿੱਚ ਇੱਕ ਮਨੁੱਖ ਹੈ ਜਿਸ ਦਾ ਤੂੰ ਮਸਾ ਕਰਨਾ ਹੈ, ਉਸ ਦੇ ਘਰ ਜਾਓ। ਜਿਵੇਂ ਕਿ ਪਰਮੇਸ਼ਰ ਨੇ ਸ਼ਮੂਏਲ ਨਬੀ ਨੂੰ ਆਦੇਸ਼ ਦਿੱਤਾ, ਉਹ ਯਸ਼ੀ ਦੇ ਘਰ ਗਿਆ। ਅਸੀਂ ਉਸ ਦ੍ਰਿਸ਼ ਨੂੰ ਦੇਖ ਸਕਦੇ ਹਾਂ ਜਿੱਥੇ ਸ਼ਮੂਏਲ ਨੇ ਇੱਕ ਇੱਕ ਕਰਕੇ ਯਸ਼ੀ ਦੇ ਪੁੱਤਰਾਂ ਦੀ ਜਾਂਚ ਕੀਤੀ। ਪਰਮੇਸ਼ਰ ਦਾ ਚੁਣਿਆ ਹੋਇਆ ਅਤੇ ਮਸਾ ਕੀਤਾ ਕੌਣ ਸੀ? ਵਚਨ 6 ਕਹਿੰਦਾ ਹੈ ਅਜਿਹਾ ਹੋਇਆ ਜਦੋਂ ਉਹ ਆਏ ਤਾਂ ਉਸਨੇ ਏਲੀਆਬ ਨੂੰ ਵੇਖਿਆ ਤੇ ਬੋਲਿਆ, ਠੀਕ ਯਹੋਵਾ ਦੇ ਅੱਗੇ ਇਹ ਉਹਦਾ ਮਸੀਹ ਹੈ। ਪਰ ਯਹੋਵਾ ਨੇ ਸ਼ਮੂਏਲ ਨੂੰ ਆਖਿਆ ਉਹਦੇ ਮੂੰਹ ਤੇ ਅਤੇ ਉਹਦੀ ਲਮਾਣ ਵੱਲ ਨਾ ਵੇਖ, ਕਿਉਂ ਜੋ ਉਹਨੂੰ ਮੈਂ ਨਹੀਂ ਮੰਨਿਆ। ਯਹੋਵਾ ਜੋ ਮਨੁੱਖ ਵਾਂਗ ਨਹੀਂ ਵੇਖਦਾ, ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ, ਪਰਮੇਸ਼ਰ ਕੀ ਵੇਖਦੇ ਹਨ? ਪਰ ਯਹੋਵਾ ਹਿਰਦੇ ਨੂੰ ਵੇਖਦਾ ਹੈ। ਸ਼ਮੂਏਲ ਨੇ ਦਾਊਦ ਦੇ ਸਭ ਤੋਂ ਵੱਡੇ ਭਰਾ ਏਲੀਆਬ ਦੀ ਜਾਂਚ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਬਾਕੀ ਸਾਰਿਆਂ ਦੀ ਜਾਂਚ ਕੀਤੀ। ਫਿਰ ਵੀ ਪਰਮੇਸ਼ਰ ਨੇ ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਚੁਣਿਆ। ਅੰਤ ਵਿੱਚ ਸ਼ਮੂਏਲ ਨੇ ਦਾਊਦ ਨੂੰ ਬੁਲਾਇਆ ਜੋ ਮੈਦਾਨ ਵਿੱਚ ਭੇਡਾਂ ਦੀ ਦੇਖਭਾਲ ਕਰ ਰਿਹਾ ਸੀ। ਪਰਮੇਸ਼ਰ ਨੇ ਕਿਹਾ ਇਹ ਉਹ ਹੈ ਜਿਸ ਨੂੰ ਮੈਂ ਮਸਾ ਹੋਣ ਲਈ ਚੁਣਿਆ ਹੈ। ਮਨੁੱਖ ਤਾਂ ਬਾਹਰੀ ਰੂਪ ਨੂੰ ਦੇਖਦਾ ਹੈ, ਪਰ ਮੈਂ ਹਮੇਸ਼ਾ ਮਨ ਨੂੰ ਦੇਖਦਾ ਹਾਂ। ਕਿਸੇ ਵਿਅਕਤੀ ਦੇ ਮਨ ਨੂੰ ਦੇਖਣ ਦਾ ਕੀ ਮਤਲਬ ਹੈ? ਕਿ ਇਸ ਦਾ ਮਤਲਬ ਪਰਮੇਸ਼ਰ ਪ੍ਰਤੀ ਉਸ ਵਿਅਕਤੀ ਦੇ ਵਿਸ਼ਵਾਸ ਨੂੰ ਦੇਖਣਾ ਨਹੀਂ ਹੈ। ਪਰਮੇਸ਼ਰ ਉਸ ਵਿਅਕਤੀ ਦੀ ਤਲਾਸ਼ ਕਰਦੇ ਹਨ ਜੋ ਸਵੀਕਾਰ ਕਰਦਾ ਹੈ ਕਿ ਪਰਮੇਸ਼ਰ ਦੇ ਵਚਨ ਹਮੇਸ਼ਾ ਸਹੀ ਹੁੰਦੇ ਹਨ ਅਤੇ ਵਿਸ਼ਵਾਸ ਨਾਲ ਉਹਨਾਂ ਦਾ ਪਾਲਨ ਕਰਦਾ ਹੈ। ਪਰਮੇਸ਼ਰ ਦੇ ਦ੍ਰਿਸ਼ਟੀਕੋਣ ਨਾਲ ਏਲੀਆਬ ਅਤੇ ਦਾਊਦ ਵਿਚਕਾਰ ਇੱਕ ਵੱਡਾ ਅੰਤਰ ਸੀ। ਕਿਉਂਕਿ ਏਲੀਆਬ ਕੱਦ ਵਿੱਚ ਲੰਬਾ ਸੀ, ਉਸ ਦਾ ਸਰੀਰ ਵਧੀਆ ਸੀ ਅਤੇ ਉਹ ਦਾਊਦ ਤੋਂ ਵੱਡਾ ਸੀ। ਇਸ ਲਈ ਸ਼ਮੂਏਲ ਨੇ ਸੋਚਿਆ ਹੋਵੇਗਾ ਕਿ ਮੈਨੂੰ ਰਾਜਾ ਦੇ ਰੂਪ ਵਿੱਚ ਸਥਿਰ ਕੀਤੇ ਜਾਣ ਲਈ ਏਲੀਆਬ ਵਰਗਾ ਕੋਈ ਨਹੀਂ ਮਿਲਣਾ ਚਾਹੀਦਾ। ਜਦੋਂ ਸ਼ਮੂਏਲ ਦੇ ਮਨ ਵਿੱਚ ਇਹ ਵਿਚਾਰ ਆਇਆ ਤਦ ਪਰਮੇਸ਼ਰ ਨੇ ਕਿਹਾ ਨਹੀਂ, ਲੋਕ ਉਚਾਈ ਅਤੇ ਰੂਪ ਨੂੰ ਦੇਖ ਸਕਦੇ ਹਨ, ਪਰ ਮੈਂ ਯਹੋਵਾ ਮਨ ਨੂੰ ਦੇਖਦਾ ਹਾਂ। ਕਿ ਯੀਸ਼ੂ ਨੇ 12 ਚੇਲਿਆਂ ਦੇ ਮਨ ਦੀ ਜਾਂਚ ਕਰਕੇ ਉਹਨਾਂ ਨੂੰ ਨਹੀਂ ਚੁਣਿਆ? ਕਿ ਉਹਨਾਂ ਨੇ ਪਤਰਸ ਇੱਕ ਮਛਿਆਰੇ ਨੂੰ ਨਹੀਂ ਚੁਣਿਆ? ਪਰਮੇਸ਼ਰ ਨੇ ਉਹਨਾਂ ਫਰੀਸੀਆਂ, ਗ੍ਰੰਥੀਆਂ ਜਾਂ ਵਿਵਸਥਾਪਕਾਂ ਨੂੰ ਨਹੀਂ ਚੁਣਿਆ ਜੋ ਹੰਕਾਰੀ ਸੀ। ਇਸ ਲਈ ਅੱਜ ਜੇਕਰ ਕੁਝ ਅਜਿਹਾ ਹੈ ਜੋ ਸਾਨੂੰ ਪਰਮੇਸ਼ਰ ਦੇ ਵਚਨ ਦੁਆਰਾ ਸਿੱਖਣਾ ਚਾਹੀਦਾ ਹੈ ਤਦ ਉਹ ਇਹ ਹੈ ਕਿ ਸਾਡੇ ਕੋਲ ਹਮੇਸ਼ਾ ਅਜਿਹਾ ਵਿਸ਼ਵਾਸ ਹੋਣਾ ਚਾਹੀਦਾ ਹੈ ਜੋ ਦਿਲਾਂ ਨੂੰ ਪਰਮੇਸ਼ਰ ਤੇ ਕੇਂਦਰਿਤ ਹੋਣ ਦਿੰਦਾ ਹੈ। ਜਦ ਸਾਡਾ ਮਨ ਪੂਰੀ ਤਰ੍ਹਾਂ ਪਰਮੇਸ਼ਰ ਵੱਲ ਹੁੰਦਾ ਹੈ ਤਦ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਸਹੀ ਵਿਸ਼ਵਾਸ ਹੈ। ਜਿਨ੍ਹਾਂ ਨੂੰ ਪਰਮੇਸ਼ਰ ਤੇ ਸੱਚਾ ਵਿਸ਼ਵਾਸ ਹੈ ਉਹਨਾਂ ਨੂੰ ਸਵਰਗ ਵਿੱਚ ਪ੍ਰਵੇਸ਼ ਕਰਨ ਦੀ ਆਸ਼ੀਸ਼ ਮਿਲੇਗੀ। ਜਦੋਂ ਅਸੀਂ ਵਚਨ 18 ਉੱਤੇ ਇੱਕ ਨਜ਼ਰ ਪਾਉਂਦੇ ਹਾਂ ਤਦ ਅਸੀਂ ਉਸ ਦ੍ਰਿਸ਼ ਨੂੰ ਦੇਖ ਸਕਦੇ ਹਾਂ ਜਿੱਥੇ ਦੁਸ਼ਟ ਆਤਮਾ ਸ਼ਾਊਲ ਨੂੰ ਲਗਾਤਾਰ ਤੰਗ ਕਰ ਰਹੀ ਸੀ ਅਤੇ ਉਸ ਦੇ ਸੇਵਕ ਨੇ ਦਾਊਦ ਨੂੰ ਬੁਲਾਇਆ। ਪਹਿਲਾ ਸ਼ਮੂਏਲ ਅਧਿਆਇ 16 ਵਚਨ 18 ਇਹ ਕਹਿੰਦਾ ਹੈ, ਸੋ ਉਸ ਵੇਲੇ ਉਹਦੇ ਚਾਕਰਾਂ ਵਿੱਚੋਂ ਇੱਕ ਨੇ ਇਉਂ ਆਖਿਆ, ਵੇਖ ਮੈਂ ਬੈਤਲਹਿਮ ਯਸ਼ੀ ਦਾ ਇੱਕ ਪੁੱਤਰ ਡਿੱਠਾ ਹੈ ਜੋ ਵਜਾਉਣ ਵਿੱਚ ਚਤਰ ਹੈ, ਨਾਲੇ ਡਾਢਾ ਸ਼ੂਰਬੀਰ ਹੈ, ਜੋ ਯੋਧਾ ਵੀ ਹੈ, ਗੱਲਾਂ ਵਿੱਚ ਵੱਡਾ ਸਿਆਣਾ ਹੈ, ਸੋਹਣਾ ਹੈ ਅਤੇ ਯਹੋਵਾ ਉਹਦੇ ਨਾਲ ਹੈ। ਇਸ ਵਚਨ ਵਿੱਚ ਸਭ ਤੋਂ ਮਹੱਤਵਪੂਰਨ ਹਿੱਸਾ ਇਹ ਵਚਨ ਹੈ, ਯਹੋਵਾ ਉਹਦੇ ਨਾਲ ਹੈ। ਵਚਨ 19, ਸੋ ਸ਼ਾਊਲ ਨੇ ਹਲਕਾਰਿਆਂ ਦੇ ਹੱਥ ਯਸ਼ੀ ਨੂੰ ਇਉਂ ਸੱਦਾ ਘੱਲਿਆ, ਭਾਈ ਆਪਣੇ ਪੁੱਤਰ ਦਾਊਦ ਨੂੰ ਜੋ ਇੱਜ਼ਤ ਦੇ ਨਾਲ ਹੈ ਮੇਰੇ ਕੋਲ ਘੱਲ ਦੇ। ਉਪਰੰਤ ਯਸ਼ੀ ਨੇ ਇੱਕ ਖੋਤਾ ਜਿਹਦੇ ਉੱਤੇ ਰੋਟੀਆਂ ਲੱਦੀਆਂ ਸਨ ਅਤੇ ਇੱਕ ਮਸ਼ਕ ਮੈਦ ਦੀ ਅਤੇ ਇੱਕ ਪਰੌਂਠਾ ਲੈ ਕੇ ਆਪਣੇ ਪੁੱਤਰ ਦਾਊਦ ਦੇ ਹੱਥੀਂ ਸ਼ਾਊਲ ਕੋਲ ਘੱਲਿਆ। ਬਾਈਬਲ ਕੀ ਕਹਿੰਦੀ ਹੈ ਕਿ ਹਰ ਸਮੇਂ ਦਾਊਦ ਨਾਲ ਕੌਣ ਰਹਿੰਦੇ ਸੀ? ਉਹ ਪਰਮੇਸ਼ਰ ਯਹੋਵਾ ਹਮੇਸ਼ਾ ਉਸ ਨਾਲ ਰਹਿੰਦਾ ਸੀ। ਦੇਖੀਏ ਕਿ ਇਸ ਨੂੰ ਇਸ ਤਰ੍ਹਾਂ ਕਿਉਂ ਰਿਕਾਰਡ ਕੀਤਾ ਗਿਆ। ਵਚਨ 14,
ਪਰ ਸ਼ਾਉਲ ਉੱਤੋਂ ਯਹੋਵਾ ਦਾ ਆਤਮਾ ਅੱਡ ਹੋ ਗਿਆ ਅਤੇ ਯਹੋਵਾ ਵੱਲੋਂ ਇੱਕ ਦੁਸ਼ਟ ਆਤਮਾ ਉਹਨੂੰ ਅਕਾਉਣ ਲੱਗਾ। ਤਦ ਸ਼ਾਉਲ ਦੇ ਟਹਿਲੂਆਂ ਨੇ ਉਹਨੂੰ ਆਖਿਆ, ਵੇਖੋ ਹੁਣ ਪਰਮੇਸ਼ਰ ਵੱਲੋਂ ਇੱਕ ਦੁਸ਼ਟ ਆਤਮਾ ਤੁਹਾਨੂੰ ਅਕਾਉਂਦਾ ਹੈ। ਸਾਡਾ ਸਵਾਮੀ ਹੁਣ ਆਪਣੇ ਚਾਕਰਾਂ ਨੂੰ ਜੋ ਤੁਹਾਡੇ ਸਾਹਮਣੇ ਹਨ ਆਗਿਆ ਕਰੇ ਜੋ ਉਹ ਇੱਕ ਅਜਿਹਾ ਮਨੁੱਖ ਲੱਭਣ ਜਿਹੜਾ ਬਰਬਤ ਵਜਾਉਣ ਵਿੱਚ ਚਤਰ ਹੋਵੇ, ਅਤੇ ਇਉਂ ਹੋਵੇਗਾ ਭਾਈ ਜਿਸ ਵੇਲੇ ਪਰਮੇਸ਼ਰ ਵੱਲੋਂ ਇੱਕ ਦੁਸ਼ਟ ਆਤਮਾ ਤੁਹਾਡੇ ਉੱਤੇ ਚੜੇ ਤਾਂ ਉਹ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੁਸੀਂ ਚੰਗੇ ਹੋ ਜਾਓਗੇ। ਸ਼ਾਉਲ ਨੇ ਆਪਣੇ ਚਾਕਰਾਂ ਨੂੰ ਆਖਿਆ, ਅੱਛਾ ਮੇਰੇ ਲਈ ਕੋਈ ਰੱਖੋ ਜੋ ਵਜਾਉਣ ਵਿੱਚ ਚਤਰ ਹੋਵੇ ਅਤੇ ਮੇਰੇ ਕੋਲ ਲੈ ਆਓ। ਸੋ ਉਸ ਵੇਲੇ ਉਹਦੇ ਚਾਕਰਾਂ ਵਿੱਚੋਂ ਇੱਕ ਨੇ ਇਉਂ ਆਖਿਆ, ਵੇਖ ਮੈਂ ਬੈਤਲਹਿਮੀ ਯਸ਼ੀ ਦਾ ਇੱਕ ਪੁੱਤਰ ਡਿਠਾ ਹੈ ਜੋ ਵਜਾਉਣ ਵਿੱਚ ਚਤਰ ਹੈ, ਨਾਲੇ ਡਾਢਾ ਸ਼ੂਰਬੀਰ ਹੈ, ਜੋ ਯੋਧਾ ਵੀ ਹੈ, ਗੱਲਾਂ ਵਿੱਚ ਵੱਡਾ ਸਿਆਣਾ ਹੈ, ਸੋਹਣਾ ਹੈ ਅਤੇ ਯਹੋਵਾ ਉਹਦੇ ਨਾਲ ਹੈ। ਪਰਮੇਸ਼ਰ ਸ਼ਾਉਲ ਨਾਲ ਸੀ, ਪਰ ਜਦੋਂ ਪਰਮੇਸ਼ਰ ਨੇ ਉਸ ਨੂੰ ਛੱਡ ਦਿੱਤਾ ਤਦ ਇੱਕ ਦੁਸ਼ਟ ਆਤਮਾ ਨੇ ਉਸ ਵਿੱਚ ਪ੍ਰਵੇਸ਼ ਕੀਤਾ। ਪਰ ਪਰਮੇਸ਼ਰ ਹਮੇਸ਼ਾ ਦਾਊਦ ਨਾਲ ਰਹਿੰਦੇ ਸੀ। ਇੱਥੇ ਸਾਨੂੰ ਇਹ ਜਾਂਚਣ ਦੀ ਜ਼ਰੂਰਤ ਹੈ ਕਿ ਇਹਨਾਂ ਤੋਂ ਵੱਖ-ਵੱਖ ਪਰਿਣਾਮਾਂ ਦਾ ਕੀ ਕਾਰਨ ਹੈ। ਯਸ਼ੀ ਦੇ ਸਾਰੇ ਪੁੱਤਰਾਂ ਵਿੱਚੋਂ ਦਾਊਦ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਸਭ ਤੋਂ ਮਨ ਭਾਉਂਦਾ ਸੀ। ਰਸੂਲਾਂ ਦੀ ਕਿਤਾਬ ਵਿੱਚ ਲਿਖਿਆ ਹੈ, ਦਾਊਦ ਮੇਰੇ ਮਨ ਦੇ ਅਨੁਸਾਰ ਮਿਲ ਗਿਆ ਹੈ। ਦਾਊਦ ਦੇ ਪੂਰੇ ਜੀਵਨ ਵਿੱਚ ਉਸਨੇ ਹਮੇਸ਼ਾ ਪਰਮੇਸ਼ਰ ਬਾਰੇ ਸੋਚਿਆ। ਉਸਨੇ ਸਵੀਕਾਰ ਕੀਤਾ ਕਿ ਪਰਮੇਸ਼ਰ ਦੇ ਵਚਨ ਹਮੇਸ਼ਾ ਸਹੀ ਹੁੰਦੇ ਹਨ। ਅਸੀਂ ਦੇਖ ਸਕਦੇ ਹਾਂ ਕਿ ਉਸਨੇ ਜ਼ਬੂਰਾਂ ਦੀ ਪੋਥੀ ਦੀ ਕਿਤਾਬ ਵਿੱਚ ਹਮੇਸ਼ਾ ਪਰਮੇਸ਼ਰ ਦੀ ਵਡਿਆਈ ਕੀਤੀ। ਪਰਮੇਸ਼ਰ ਸੱਚਾ ਹੈ, ਪਰਮੇਸ਼ਰ ਮੇਰਾ ਕੇਂਦਰ, ਮੇਰੀ ਢਾਲ, ਮੇਰਾ ਗੜ੍ਹ ਅਤੇ ਮੇਰਾ ਜੀਵਨ ਹੈ। ਕਿ ਅਸੀਂ ਜ਼ਬੂਰਾਂ ਦੀ ਪੋਥੀ ਦੀ ਕਿਤਾਬ ਦੇ ਲੇਖਕ ਨੂੰ ਦੇਖ ਕੇ ਇਹ ਨਹੀਂ ਜਾਣ ਸਕਦੇ ਕਿ ਦਾਊਦ ਪਰਮੇਸ਼ਰ ਨਾਲ ਕਿੰਨਾ ਪਿਆਰ ਕਰਦਾ ਸੀ। ਭਾਵੇਂ ਪਰਮੇਸ਼ਰ ਪਹਿਲਾਂ ਸ਼ਾਉਲ ਨਾਲ ਸੀ, ਪਰ ਉਸਨੇ ਅਜਿਹੀਆਂ ਕਿਹੜੀਆਂ ਗਲਤੀਆਂ ਕੀਤੀਆਂ ਜਿਸ ਦੇ ਕਾਰਨ ਪਰਮੇਸ਼ਰ ਨੇ ਉਸ ਨੂੰ ਛੱਡ ਦਿੱਤਾ। ਜੇਕਰ ਅਸੀਂ ਪਹਿਲਾ ਸ਼ਮੂਏਲ ਅਧਿਆਇ 15 ਦੇ ਦ੍ਰਿਸ਼ ਨੂੰ ਦੇਖੀਏ ਤਦ ਪਰਮੇਸ਼ਰ ਨੇ ਉਸ ਨੂੰ ਹੁਕਮ ਦਿੱਤਾ ਸੀ, ਸਾਰੇ ਅਮਾਲੇਕੀਆਂ ਨੂੰ ਨਸ਼ਟ ਕਰ, ਮਨੁੱਖਾਂ ਤੇ ਪਸ਼ੂਆਂ ਦੋਨਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਪਰਮੇਸ਼ਰ ਦੇ ਨਿਰਦੇਸ਼ ਦੇ ਬਾਵਜੂਦ ਰਾਜਾ ਸ਼ਾਉਲ ਨੇ ਕੀ ਕੀਤਾ? ਉਸਨੇ ਇਹ ਸੋਚਦੇ ਹੋਏ ਤਰਕ ਕੀਤਾ ਕਿ ਇਹਨਾਂ ਸਾਰੀਆਂ ਮੋਟੀਆਂ ਭੇਡਾਂ ਤੇ ਬੱਕਰੀਆਂ ਨੂੰ ਨਸ਼ਟ ਕਰਨ ਤੋਂ ਵਧੀਆ ਇਹ ਨਹੀਂ ਕਿ ਇਹਨਾਂ ਨੂੰ ਜਿਉਂਦੇ ਛੱਡ ਦਿੱਤਾ ਜਾਏ। ਇਹ ਉਸ ਦਾ ਆਪਣਾ ਵਿਚਾਰ ਸੀ। ਇਸ ਘਟਨਾ ਦੇ ਕਾਰਨ ਪਰਮੇਸ਼ਰ ਸ਼ਾਉਲ ਤੇ ਬਹੁਤ ਗੁੱਸੇ ਹੋਏ ਅਤੇ ਇਸ ਲਈ ਦੁਖੀ ਹੋਏ। ਪਰਮੇਸ਼ਰ ਨੇ ਸ਼ਾਉਲ ਨੂੰ ਇਹ ਨਿਰਦੇਸ਼ ਦਿੱਤਾ, ਕਿਉਂਕਿ ਹਰ ਚੀਜ਼ ਵਿੱਚ ਉਹਨਾਂ ਦੀ ਮਹਾਨ ਇੱਛਾ ਹੁੰਦੀ ਹੈ ਕਿ ਪਰਮੇਸ਼ਰ ਭੇਡੂਆਂ ਦੀ ਚਰਬੀ ਚਾਹੁੰਦੇ ਹਨ। ਪਰਮੇਸ਼ਰ ਨੇ ਸੋਚਿਆ ਹੋਵੇਗਾ, ਮੈਂ ਪੂਰੀ ਧਰਤੀ ਨੂੰ ਬਣਾਇਆ ਅਤੇ ਉਹ ਸਭ ਕੁਝ ਬਣਾਇਆ ਜੋ ਪਹਿਲਾਂ ਮੌਜੂਦ ਨਹੀਂ ਸੀ। ਫਿਰ ਵੀ ਭੇਡੂਆਂ ਦੀ ਚਰਬੀ ਦੇ ਕਾਰਨ ਤੂੰ ਮੇਰੇ ਵਚਨਾਂ ਨੂੰ ਨਹੀਂ ਮੰਨਿਆ ਅਤੇ ਨਾ ਹੀ ਉਹਨਾਂ ਦਾ ਇਮਾਨਦਾਰੀ ਨਾਲ ਪਾਲਨ ਕੀਤਾ। ਉਸ ਸਮੇਂ ਪਰਮੇਸ਼ਰ ਦਾ ਆਤਮਾ ਸ਼ਾਉਲ ਤੋਂ ਚਲਿਆ ਗਿਆ। ਅੱਜ ਵੀ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਪਰਮੇਸ਼ਰ ਤੇ ਵਿਸ਼ਵਾਸ ਕਰਨ ਦਾ ਅਸਲ ਵਿੱਚ ਕੀ ਅਰਥ ਹੈ? ਇਹ ਇੱਕ ਅਜਿਹੀ ਚੀਜ਼ ਹੈ ਜਿਸ ਬਾਰੇ ਸੋਚਣ ਲਈ ਸਾਨੂੰ ਹਮੇਸ਼ਾ ਸਮਾਂ ਕੱਢਣਾ ਚਾਹੀਦਾ ਹੈ। ਅਸੀਂ ਬਾਈਬਲ ਵਿੱਚ ਕਈ ਉਦਾਹਰਨਾਂ ਦੁਆਰਾ ਪੁਸ਼ਟੀ ਕਰ ਸਕਦੇ ਹਾਂ ਕਿ ਪਰਮੇਸ਼ਰ ਹਮੇਸ਼ਾ ਉਹਨਾਂ ਨਾਲ ਰਹਿੰਦੇ ਹਨ ਜੋ ਪਰਮੇਸ਼ਰ ਦੇ ਵਚਨਾਂ ਨੂੰ ਸਹੀ ਮੰਨਦੇ ਹਨ ਅਤੇ ਉਹਨਾਂ ਦਾ ਪਾਲਨ ਕਰਦੇ ਹਨ। ਇਸ ਯੁੱਗ ਬਾਰੇ ਕੀ ਪਰਮੇਸ਼ਰ ਕੀ ਕਹਿੰਦੇ ਹਨ ਕਿ ਉਹ ਕਿਸ ਨਾਲ ਰਹਿਣਗੇ? ਪਰਮੇਸ਼ਰ ਕਹਿੰਦੇ ਹਨ, ਮੈਂ ਤੁਹਾਡੇ ਨਾਲ ਰਹਾਂਗਾ, ਜੋ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਪਰਮੇਸ਼ਰ ਦੀ ਖੁਸ਼ਖਬਰੀ ਦਾ ਯਤਨ ਨਾਲ ਪ੍ਰਚਾਰ ਕਰਦੇ ਹਨ। ਕੀ ਪਰਮੇਸ਼ਰ ਨੇ ਸਾਨੂੰ ਪਹਿਲਾਂ ਤੋਂ ਹੀ ਇਹ ਵਚਨ ਨਹੀਂ ਦਿੱਤੇ ਹਨ? ਆਓ ਅਸੀਂ ਮੱਤੀ ਅਧਿਆਇ 28 ਵਚਨ 18 ਉੱਤੇ ਇੱਕ ਨਜ਼ਰ ਪਾਈਏ। ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਅਤੇ ਵੇਖੋ ਮੈਂ ਯੁੱਗ ਦੇ ਅੰਤ ਤੱਕ ਹਰ ਵੇਲੇ ਕੀ ਤੁਹਾਡੇ ਨਾਲ ਹਾਂ। ਯੀਸ਼ੂ ਨੇ ਸਾਨੂੰ ਸਾਰੀਆਂ ਕੌਮਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਤੋਂ ਬਪਤਿਸਮਾ ਦਿੰਦੇ ਹੋਏ ਉਹਨਾਂ ਨੂੰ ਚੇਲੇ ਬਣਾਉਣ ਦਾ ਹੁਕਮ ਦਿੱਤਾ। ਫਿਰ ਨਿਸ਼ਚਿਤ ਰੂਪ ਨਾਲ ਉਹ ਯੁੱਗ ਦੇ ਅੰਤ ਤੱਕ ਹਮੇਸ਼ਾ ਸਾਡੇ ਨਾਲ ਰਹਿਣਗੇ। ਪਰਮੇਸ਼ਰ ਦਾਊਦ ਨਾਲ ਸੀ, ਉਹ ਯਹੋਸ਼ੂਆ ਨਾਲ ਸੀ ਅਤੇ ਉਹ ਗਿਦੌਨ ਨਾਲ ਸੀ। ਉਹੀ ਪਰਮੇਸ਼ਰ ਵਾਅਦਾ ਕਰਦੇ ਹਨ ਕਿ ਉਹ ਇਸ ਯੁੱਗ ਵਿੱਚ ਸਾਡੇ ਨਾਲ ਵੀ ਰਹਿਣਗੇ। ਅੱਜ ਦੇ ਉਪਦੇਸ਼ ਦੇ ਦੁਆਰਾ ਆਓ ਅਸੀਂ ਸੋਚੀਏ ਕਿ ਮੈਂ ਪਰਮੇਸ਼ਰ ਤੇ ਸਹੀ ਵਿਸ਼ਵਾਸ ਕਿਵੇਂ ਕਰ ਸਕਦਾ ਹਾਂ। ਆਓ ਅਸੀਂ ਆਪਣੇ ਆਪ ਉੱਤੇ ਵਿਚਾਰ ਕਰੀਏ ਅਤੇ ਪਰਮੇਸ਼ਰ ਪ੍ਰਤੀ ਸਹੀ ਵਿਸ਼ਵਾਸ ਰੱਖੀਏ। ਤੁਹਾਨੂੰ ਸਾਰਿਆਂ ਨੂੰ ਫਿਰ ਇੱਕ ਵਾਰ ਇਹ ਕਹਿੰਦੇ ਹੋਏ ਕਈ ਲੋਕਾਂ ਦੀ ਪਰਮੇਸ਼ਰ ਵੱਲ ਅਗਵਾਈ ਕਰਨ ਦੀ ਆਸ਼ੀਸ਼ ਪਾਉਣ ਲਈ ਪਰਮੇਸ਼ਰ ਤੇ ਵਿਸ਼ਵਾਸ ਕਰੋ।
ਅਤੇ ਆਓ ਇਕੱਠੇ ਸਵਰਗ ਚੱਲੀਏ। ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।